ਸਤਿ ਸ਼੍ਰੀ ਅਕਾਲ ਜੀ। ਲੈਟਸ ਕੰਟੀਨਿਊ ਵਿਦ ਦ ਜਿਓਗ੍ਰਾਫੀ MCQ ਡਿਸਕਸ਼ਨ ਸੀਰੀਜ਼। ਅੱਜ ਦੀ ਸੀਰੀਜ਼ ਵਿੱਚ ਆਪਾਂ ਮੇਜਰ ਜਿਹੜੇ ਟੌਪਿਕਸ ਕਵਰ ਕਰਨ ਵਾਲੇ ਹਾਂ ਉਹ ਹੋਣਗੇ ਰਿਲੇਟਡ ਟੂ ਅਰਥਸ ਇੰਟੀਰੀਅਰ ਸਟਰਕਚਰ, इनडायरेक्ट सोर्सेस जो कि रिवील कर रहे हैं, इनडायरेक्ट सोर्सेस या डायरेक्ट सोर्सेस जो रिवील कर रहे हैं अर्थ ਦੀ ਇੰਟਰਨਲ ਡਾਇਨਾਮਿਕਸ ਨੂੰ। ਫਿਰ ਅਰਥ ਦੇ ਇੰਟੀਰੀਅਰ ਦੇ ਨਾਲ ਲਿੰਕਡ ਕੁਝ ਲੈਟਸ ਸੇ ਲੇਅਰਸ ਨੇ, ਜਿਵੇਂ ਆਪਾਂ ਗੱਲ ਕਰਦੇ ਹਾਂ ਲਿਥੋਸਫੀਅਰ ਦੀ, ਸਥੀਨੋਸਫੀਅਰ ਦੀ, ਰਾਈਟ। ਉਸ ਤੋਂ ਬਾਅਦ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡਡ ਹੈ, ਫॉर ਐਗਜ਼ਾਮਪਲ ਕੋਰ, ਮੈਂਟਲ, ਕਰਸਟ, ਉਹਨਾਂ ਦੀ ਆਪਾਂ ਗੱਲ ਕਰਾਂਗੇ। ਉਸ ਦੇ ਨਾਲ ਨਾਲ ਕੁਝ ਡਿਸਕੰਟੀਨਿਊਟੀਜ਼ ਨੇ ਜੋ ਅਰਥ ਦੇ ਇੰਟੀਰੀਅਰ ਦੇ ਵਿੱਚ ਨੇ, ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਪੀ ਵੇਵਸ ਦੀ ਗੱਲ ਕਰਾਂਗੇ, ਐਸ ਵੇਵਸ ਦੀ ਗੱਲ ਕਰਾਂਗੇ। ਤਾਂ ਕੰਪਰੀਹੈਂਸਿਵਲੀ ਜੋ ਕੁਐਸਚਨ ਪੁੱਛੇ ਜਾ ਸਕਦੇ ਆ, ਜਿਹੜੀ ਇੰਪੋਰਟੈਂਟ ਥੀਮਸ ਪੁੱਛੇ ਜਾ ਸਕਦੇ ਆ, ਆਪਾਂ ਉਹਨਾਂ ਨੂੰ ਅੱਜ ਕਵਰ ਕਰਦੇ ਹਾਂ। ਲੈਟਸ ਸਟਾਰਟ ਵਿਦ ਦ ਫਰਸਟ ਕੁਐਸਚਨ that we have. Consider the following statements regarding the Earth's interior. The mantle constitutes about 84% of Earth's total volume and is primarily composed of silicate rocks such as iron and magnesium. ਆਇਰਨ ਤੇ ਮੈਗਨੀਸ਼ੀਅਮ ਦੇ ਨਾਲ ਪ੍ਰਾਇਮਰੀਲੀ ਕੰਪੋਜ਼ਡ ਹੈ ਕੀ? ਮੈਂਟਲ। ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਅਰਥ ਨੂੰ ਜੇ ਮੈਂ ਤਿੰਨ ਪਾਰਟਸ ਡਿਵਾਈਡ ਕਰਾਂ, ਅਰਥ ਦੇ ਇੰਟੀਰੀਅਰ ਨੂੰ, ਪਹਿਲੀ ਲੇਅਰ ਹੋਗੀ ਕਰਸਟ, then we have mantle and then we finally have core। ਹੁਣ ਕੋਰ ਦਾ ਵੀ ਫਰਦਰ ਡਿਵੀਜ਼ਨ ਹੋ ਜਾਂਦਾ ਜੀ ਆਊਟਰ ਕੋਰ ਤੇ ਇਨਰ ਕੋਰ ਦੇ ਵਿੱਚ, ਪਰ ਉਸ ਨੂੰ ਆਪਾਂ ਬਾਅਦ ਵਿੱਚ ਕਵਰ ਕਰਾਂਗੇ। ਪਹਿਲਾਂ ਆਪਾਂ ਬੇਸਿਕ ਲੈਵਲ ਤੇ ਜਾਣਦੇ ਹਾਂ। ਕਰਸਟ ਸਭ ਤੋਂ ਉੱਤੇ, then we have mantle, then we have core। The statement one says mantle constitutes about 84% of the total Earth's volume. Is it correct or not? This is a correct statement, right? 84% अर्थ ਦੇ ਟੋਟਲ ਵੋਲਿਊਮ ਨੂੰ ਕਵਰ ਕਰਦੀ ਹੈ। ਉਸ ਤੋਂ ਬਾਅਦ ਨੀਅਰਲੀ 15 to 16% ਜੋ ਵੋਲਿਊਮ ਹੈ ਉਹ ਜਿਹੜਾ ਕੋਰ ਪਾਰਟ ਹੈ ਉਹ ਕਨਸਟੀਟਿਊਟ ਕਰਦਾ ਹੈ। ਜਿਹੜਾ ਕਰਸਟ ਪਾਰਟ ਹੈ, ਜੋ ਆਊਟਰ ਮੋਸਟ ਪਾਰਟ ਹੈ, ਉਹ ਬਹੁਤ ਹੀ ਘੱਟ ਇਸ 'ਚ ਕੰਟਰੀਬਿਊਟ ਕਰਦਾ ਹੈ, ਅਰਾਊਂਡ ਜਸਟ ਲੈਸ ਦੈਨ 1% ਆਈ ਵੁੱਡ ਸੇ, ਜੋ ਮਾਸ ਦੇ ਕੇਸ ਵਿੱਚ ਵੀ ਤੇ ਵੋਲਿਊਮ ਦੇ ਕੇਸ ਵਿੱਚ ਕੰਟਰੀਬਿਊਸ਼ਨ ਦਿੰਦਾ। B option, Mohr-Wickick discontinuity. Mohr discontinuity marks the boundary between Earth's crust and its core। ਦੇਖਦੇ ਹਾਂ ਜੀ ਇੱਕ ਵਾਰੀ ਇਹ ਸਟੇਟਮੈਂਟ ਕੀ ਕਹਿਣਾ ਚਾਹ ਰਹੀ ਹੈ। ਦੇਖੋ ਜ਼ਰਾ, ਆਪਣੇ ਅਰਥ ਦੇ ਕੇਸ ਵਿੱਚ ਟੋਟਲ 5 ਡਿਸਕੰਟੀਨਿਊਟੀਜ਼ ਨੇ ਜਿਹੜੀ ਮੇਜਰਲੀ ਆਪਾਂ ਕਵਰ ਕਰਦੇ ਹਾਂ। ਪਹਿਲੀ ਕੋਨਾਰਡ, ਦੈਨ ਵੀ ਹੈਵ ਮੋਹਰ ਡਿਸਕੰਟੀਨਿਊਟੀ, then we have Rapiti discontinuity, then we have Gettenberg discontinuity, and then we have ਲੇਮੈਨ ਡਿਸਕੰਟੀਨਿਊਟੀ। ਕੋਰਨਾਰਡ ਡਿਸਕੰਟੀਨਿਊਟੀ ਕਿਹਦੇ ਵਿੱਚ ਹੈ? ਅਪਰ ਤੇ ਲੋਅਰ ਕਰਸਟ ਦੇ ਵਿਚਾਲੇ। ਲੋਅਰ ਕਰਸਟ ਤੇ ਮੈਂਟਲ ਦੇ ਵਿਚਾਲੇ ਵੀ ਹੈਵ ਮੋਹਰ ਡਿਸਕੰਟੀਨਿਊਟੀ। ਨਾਓ ਦਿਸ ਸਟੇਟਮੈਂਟ ਸੇਜ਼ ਮੋਹਰ ਡਿਸਕੰਟੀਨਿਊਟੀ ਮਾਰਕਸ boundary between Earth's crust and core. No, it marks the boundary between Earth's crust and mantle. Statement 2 is incorrect. The outer core is liquid state which allows for generation of Earth's magnetic field through dynamo action। ਹੁਣ ਅਰਥ ਦੀ ਮੈਗਨੈਟਿਕ ਫੀਲਡ ਹੈ, ਦੀ ਆਂਸਰ ਇਜ਼ ਯੈਸ। ਕਿਉਂ ਹੈ ਉਹ? ਕਿਉਂਕਿ ਅਰਥ ਦਾ ਜਿਹੜਾ ਆਊਟਰ ਕੋਰ ਹੈ ਦੈਟ ਇਜ਼ ਲਿਕੁਇਡ, ਇਨਰ ਕੋਰ ਇਜ਼ ਸੋਲਿਡ। ਆਊਟਰ ਕੋਰ ਲਿਕੁਇਡ ਹੋਣ ਕਰਕੇ ਐਂਡ ਦੈਨ ਇਟ ਇਜ਼ ਆਲਸੋ ਰਿਚ ਇਨ ਮਟੀਰੀਅਲਸ ਲਾਈਕ ਆਇਰਨ ਐਂਡ ਨਿਕਲ, ਜੋ ਕਿ ਮੈਗਨੇਟਿਜ਼ਮ ਨੂੰ ਅਲਾਉ ਕਰ ਰਹੇ ਹੋ। ਉਸ ਤੋਂ ਬਾਅਦ ਕੀ ਹੋ ਰਿਹਾ? ਅਰਥ ਰੋਟੇਟ ਵੀ ਕਰ ਰਹੀ ਹੈ। ਅਰਥ ਦੀ ਰੋਟੇਸ਼ਨ ਕਰਕੇ ਕੀ ਹੋ ਰਿਹਾ? ਉੱਥੇ ਕੋਰੈਲਿਸ ਫੋਰਸ ਵੀ ਐਕਟ ਹੋ ਰਹੀ ਹੈ ਜੀ। ਕੋਰੈਲਿਸ ਫੋਰਸ ਕੁਝ ਜਿਹੜੀ ਤੁਹਾਡੇ ਕਨਵੈਕਟਿਵ ਸੈਲਸ ਚੱਲਦੇ ਆ ਅਰਥ ਦੀ ਆਊਟਰ ਕੋਰ ਦੇ ਵਿੱਚ, ਉਹਨਾਂ ਨੂੰ ਇੱਕ ਡਾਇਰੈਕਸ਼ਨ ਦੇ ਦਿੰਦੀ ਹੈ, ਇੱਕ ਓਰੀਐਂਟੇਸ਼ਨ ਦੇ ਦਿੰਦੀ ਹੈ, ਸਪਾਇਰਲ ਫਾਰਮ ਦੇ ਵਿੱਚ ਅਰੇਂਜ ਕਰ ਦਿੰਦੀ ਹੈ, ਜਿਹਦੇ ਕਰਕੇ ਆਪਾਂ ਦੇਖਦੇ ਹਾਂ ਕਿ ਅਰਥ ਕੋਲ ਇੱਕ ਮੈਗਨੈਟਿਕ ਫੀਲਡ ਬਣ ਜਾਂਦੀ। ਫॉर एग्जांपल ਦਿਸ ਇਜ਼ ਰਫ ਡਾਇਗਰਾਮ ਆਫ ਅਰਥ। ਮੈਗਨੈਟਿਕ ਫੀਲਡ ਲਾਈਨਸ ਆਪਾਂ ਕੁਝ ਇਸ ਤਰੀਕੇ ਨਾਲ ਬਣਾਉਂਦੇ ਹਾਂ। ਉਹ ਮੈਗਨੈਟਿਕ ਫੀਲਡ ਲਾਈਨਸ ਇਸ ਤਰੀਕੇ ਨਾਲ ਕਿਉਂ ਬਣ ਰਹੀਆਂ? ਕਿਉਂਕਿ ਅਰਥ ਦੇ ਅੰਦਰ ਯੂ ਹੈਵ ਦਿਸ ਆਊਟਰ ਕੋਰ। ਆਊਟਰ ਕੋਰ ਦੇ ਵਿੱਚ ਦ ਮਟੀਰੀਅਲ ਇਜ਼ ਇਨ ਮੋਲਟਨ ਸਟੇਟ। ਮੋਲਟਨ ਸਟੇਟ ਲਿਕੁਇਡ ਸਟੇਟ ਦੇ ਵਿੱਚ ਹੈ, ਤੇ ਉਹ ਵੀ ਕਿਹੜਾ ਹੈ? ਆਇਰਨ ਹੈ, ਨਿਕਲ ਹੈ, ਇਹ ਸਭ ਚੀਜ਼ਾਂ ਦੀ। ਤੇ ਅਰਥ ਰੋਟੇਟ ਵੀ ਕਰ ਰਹੀ ਹੈ, ਉਸ ਕਰਕੇ ਕੋਰੋਲਿਸ ਫੋਰਸ ਵੀ ਐਕਟ ਕਰ ਰਹੀ ਹੈ ਉਸ ਤੇ। ਉਹਦੇ ਕਰਕੇ ਕੀ ਹੋ ਰਿਹਾ? ਜਿਹੜੇ ਕਨਵੈਕਟਿਵ ਸੈਲਸ ਚੱਲਦੇ ਹੈ, ਕਨਵੈਕਟਿਵ ਸੈਲਸ ਕੀ ਹੈ? ਸਿੰਪਲ ਆਪਾਂ ਲੈਟਸ ਸੇ ਐਗਜ਼ਾਮਪਲ ਦੇ ਤੌਰ 'ਤੇ ਕਵਰ ਕਰਦੇ ਹਾਂ। ਤੁਸੀਂ ਕਿਸੇ ਚੀਜ਼ ਨੂੰ ਹੀਟ ਕਰਨਾ ਸ਼ੁਰੂ ਕੀਤਾ, ਕੋਈ ਲਿਕੁਇਡ ਨੂੰ ਹੀਟ ਕਰਨਾ ਸ਼ੁਰੂ ਕੀਤਾ, ਤਾਂ ਕੀ ਹੋਊਗਾ? ਥੱਲੋਂ ਹੀਟ ਕਰ ਰਹੇ ਹੋ, ਇਵੈਂਚੁਅਲੀ ਜਿਹੜਾ ਪਾਰਟ ਉਸ ਲਿਕੁਇਡ ਦਾ ਗਰਮ ਹੋਊਗਾ ਇਟ ਵਿਲ ਰਾਈਜ਼ ਐਂਡ ਦ ਕੋਲਡਰ ਵਨ ਵਿਲ ਸਿੰਕ। ਦਿਸ ਪ੍ਰੋਸੈਸ ਇਜ਼ ਨੋਨ ਐਸ ਕਨਵੈਕਸ਼ਨ। ਕਨਵੈਕਟਿਵ ਸਾਈਕਲਸ ਚੱਲ ਰਹੇ। ਐਵੇਂ ਕਨਵੈਕਟਿਵ ਸਾਈਕਲਸ ਅਰਥ ਦੀ ਕੋਰ ਦੇ ਵਿੱਚ ਵੀ ਚੱਲ ਰਹੇ। ਜਿਹੜਾ ਹੌਟਰ ਪਾਰਟ ਹੈ ਉਹ ਹੀਟ ਅਪ ਹੁੰਦਾ, ਇਟ ਰਾਈਜ਼ਸ and then it replaces the colder one sinks down। this is a convection process। so ਇਹ convection process ਨੂੰ ਇੱਕ ਡਾਇਰੈਕਸ਼ਨ ਦੇ ਦਿੱਤੀ ਜਾਂਦੀ ਹੈ ਕਿ ਆਹ ਪ੍ਰੋਸੈਸ ਸਪਾਇਰਲਸ ਦੀ ਫਾਰਮ ਵਿੱਚ ਹੋਵੇ, ਯਾਨੀ ਕਿ ਸਿੱਧਾ ਐ ਨਾ ਉੱਠੇ, ਉਹ ਕੁਝ ਇਸ ਤਰੀਕੇ ਨਾਲ ਉੱਠੇ।
ਉਹ ਕਿਉਂ ਹੋ ਰਿਹਾ? ਕਿਉਂਕਿ ਅਰਥ ਰੋਟੇਟ ਕਰ ਰਹੀ ਹੈ, ਉਸ ਕਰਕੇ ਕੋਰਾਲਿਸ ਇਫੈਕਟ ਉਸ ਤੇ ਲੱਗ ਰਿਹਾ। ਬਿਕੋਜ਼ ਆਫ दैट ਕੋਰਾਲਿਸ ਇਫੈਕਟ ਹੋ ਕੀ ਰਿਹਾ ਕਿ ਜਿਹੜੀ ਮੈਗਨੈਟਿਕ ਫੀਲਡ ਲਾਈਨਸ ਹਨ ਤੁਹਾਡੀਆਂ ਉਹ ਕੁਝ ਇਸ ਤਰ੍ਹਾਂ ਓਰੀਐਂਟ ਹੋ ਚੁੱਕੀਆਂ, ਇਸ ਤਰ੍ਹਾਂ, ਇਸ ਤਰ੍ਹਾਂ, ਇਸ ਤਰ੍ਹਾਂ। So we have we have the reason for Earth's magnetic field। आगे क्वेश्चन आऊगा, अगेन इसे पॉइंट ਨੂੰ ਆਪਾਂ ਦੁਬਾਰਾ डिस्कस ਉੱਥੇ ਵੀ ਕਰਾਂਗੇ। तो थर्ड ऑप्शन जो है सी ऑप्शन, दिस इज करेक्ट। सिस्मिक वेव्स particularly P waves and S waves provide indirect evidence about the composition and state of Earth's interior layers। we have earthquake waves, seismic waves ਦੀ ਗੱਲ ਕਰ ਰਹੇ ਹਾਂ ਪ੍ਰਾਇਮਰੀ, ਐਂਡ we have secondary waves। ਉਸ ਤੋਂ ਬਾਅਦ ਸਰਫੇਸ ਵੇਵਸ ਵੀ ਹੁੰਦੀਆਂ ਜੋ ਕਿ ਤੁਹਾਡੀ ਇਹਨਾਂ ਵੇਵਸ ਦੀ ਇੰਟਰੈਕਸ਼ਨ ਤੋਂ ਹੀ ਬਣਦੀਆਂ ਜੀ। ਇਹ ਬੋਡੀ ਵੇਵਸ ਨੇ ਬਿਕੋਜ਼ ਦੇ ਟਰੈਵਲ ਥਰੂ ਆਊਟ ਦਾ, ਨਾਟ ਥਰੂ ਦਾ ਇੰਟੀਰੀਅਰ ਆਫ ਦੀ ਅਰਥ। ਉਸ ਤੋਂ ਬਾਅਦ ਜਦੋਂ ਇਹ ਸਰਫੇਸ ਤੇ ਆਉਂਦੀਆਂ ਦੇ ਇੰਟਰੈਕਟ ਵਿਦ ਦ ਸਰਫੇਸ, ਦੇ ਜਨਰੇਟ ਸਰਫੇਸ ਵੇਵਸ। ਸੋ ਪੀ ਵੇਵਸ ਐਂਡ ਐਸ ਵੇਵਸ ਦੇ ਆਰ ਬੋਡੀ ਵੇਵਸ ਐਂਡ ਦੇ ਪ੍ਰੋਵਾਈਡ ਇਨਡਾਇਰੈਕਟ ਐਵੀਡੈਂਸ, ਕਿਉਂਕਿ ਇਹਨਾਂ ਦੀ ਕਿਤੇ ਵੈਲੋਸਿਟੀ ਘਟ ਜਾਂਦੀ ਹੈ, ਕਿਤੇ ਵੱਧ ਜਾਂਦੀ ਹੈ, ਕਿਤੇ ਇਹਨਾਂ ਦੇ ਵਿੱਚ ਲੈਟਸ ਸੇ ਆਪਾਂ ਨੂੰ ਰਿਫਰੈਕਸ਼ਨ ਦੇਖਣ ਨੂੰ ਮਿਲਦਾ ਹੈ। ਇਹ ਸਾਰੀ ਚੀਜ਼ਾਂ ਆਪਾਂ ਨੂੰ ਇਨਡਾਇਰੈਕਟਲੀ ਦੱਸਦੀਆਂ ਕਿ ਅਰਥ ਦੀ ਇੰਟਰਨਲ ਕੰਪੋਜੀਸ਼ਨ ਕਿਸ ਤਰੀਕੇ ਦੀ ਹੈ। ਸੋ ਦ ਆਪਸ਼ਨ ਜਾਂ ਦ ਸਟੇਟਮੈਂਟ ਨੰਬਰ 4 ਇਜ਼ ਕਰੈਕਟ। ਸੋ ਰਾਈਟ ਆਂਸਰ ਇਨ ਦਿਸ ਕੇਸ ਇਜ਼ 3 ਓਨਲੀ, ਕਿਉਂਕਿ ਆਪਾਂ ਸੈਕਿੰਡ ਨੂੰ ਇਨਕਰੈਕਟ ਪੂਰੇ ਮਾਰਕ ਕੀਤਾ। Next, consider the following statements about the lithosphere and asthenosphere। The lithosphere is a rigid outermost part of the earth comprising the crust and the uppermost part of the upper mantle। It is broken into tectonic plates that move above the over the asthenosphere। This is a conceptual question। concept थोड़े टेस्ट कर रहा है कि कह रहा है कि lithosphere ਜਿਹੜੇ ਹੈਗੇ ਆ it contains what? It contains the crust part and ਅਪਰ ਮੋਸਟ ਪਾਰਟ ਆਫ ਦੀ ਅਪਰ ਮੈਂਟਲ। ਆਪਾਂ ਪਿਛਲੇ ਕੁਐਸਚਨ ਵਿੱਚ ਹੀ ਗੱਲ ਕੀਤੀ ਹੈ ਕਿ ਅਰਥ ਨੂੰ ਮੈਂ 3 ਲੇਅਰਸ ਵਿੱਚ ਡਿਵਾਈਡ ਕਰ ਸਕਦਾ, ਕਰਸਟ, ਦੈਨ ਵੀ ਹੈਵ ਮੈਂਟਲ ਪਾਰਟ ਐਂਡ ਦੈਨ ਵੀ ਹੈਵ ਕੋਰ ਪਾਰਟ। ਹੁਣ ਮੈਂਟਲ ਦੇ ਕੇਸ ਵਿੱਚ ਵੀ ਅਪਰ ਮੋਸਟ ਪਾਰਟ ਦੀ ਗੱਲ ਕਰ ਰਹੇ ਹਾਂ ਜੋ ਕਿ ਸੋਲਿਡ ਹੈ ਜੀ। ਉਸ ਤੋਂ ਬਾਅਦ ਜਿਹੜਾ ਪਾਰਟ ਆਉਣ ਵਾਲਾ ਉਹ ਐਸਥੀਨੋਸਫੇਅਰ ਦਾ ਪਾਰਟ ਹੋਊਗਾ ਜੋ ਕਿ ਥੋੜਾ ਜਿਹਾ ਡਕਟਾਈਲ ਹੋਊਗਾ, ਠੀਕ ਹੈ, ਥੋੜਾ ਮੈਕੈਨੀਕਲੀ ਵੀਕ ਹੋਊਗਾ, ਰਿਜਿਡ ਨਹੀਂ ਹੋਊਗਾ। ਦੈਟ ਵਿਲ ਅਲਾਓ ਦ ਅਪਰ ਪਾਰਟ ਟੂ ਫਲੋਟ ਓਵਰ ਇਟ। ਅਪਰ ਪਾਰਟ ਜਿਹੜਾ ਲਿਥੋਸਫੇਅਰ ਹੈ ਉਹ ਕਰਸਟ ਦਾ ਬਣਿਆ ਹੋਇਆ ਤੇ ਅਪਰ ਮੋਸਟ ਪਾਰਟ ਆਫ ਅਪਰ ਮੈਂਟਲ ਦਾ ਬਣਿਆ ਹੋਇਆ, ਤੇ ਉਸੇ ਨੂੰ ਆਪਾਂ ਜਦੋਂ ਕਹਿੰਦੇ ਆ ਕਿ ਉਹ ਟੈਕਟੋਨਿਕ ਪਲੇਟਸ ਦੇ ਵਿੱਚ ਟੁੱਟਿਆ ਹੋਇਆ। ਜਦੋਂ ਆਪਾਂ ਨੈਕਸਟ ਮੰਡੇ ਨੂੰ ਆਪਾਂ ਕਵਰ ਕਰਾਂਗੇ ਉਹਦੇ ਵਿੱਚ ਆਪਾਂ ਟੈਕਟੋਨਿਕ ਪਲੇਟਸ ਬਾਰੇ ਗੱਲ ਕਰਾਂਗੇ, ਕੰਟੀਨੈਂਟਲ ਡ੍ਰਿਫਟ ਥਿਊਰੀ ਬਾਰੇ ਗੱਲ ਕਰਾਂਗੇ। ਸੋ ਸਟੇਟਮੈਂਟ 1 ਇਜ਼ ਐਬਸੋਲੂਟਲੀ ਕਰੈਕਟ। ਸੈਕੰਡ ਸਟੇਟਮੈਂਟ ਦ asthenosphere ਇਜ਼ ਮੈਕੈਨੀਕਲੀ ਵੀਕ ਐਂਡ ਡਕਟਾਈਲ ਡਿਊ ਟੂ ਹਾਈ ਟੈਂਪਰੇਚਰ, ਬਿਲਕੁਲ ਸਹੀ ਗੱਲ ਹੈ। ਸਰਫੇਸ ਤੇ ਟੈਂਪਰੇਚਰ ਘੱਟ ਹੈ, ਜਿਵੇਂ ਜਿਵੇਂ ਆਪਾਂ ਥੱਲੇ ਜਾਈ ਜਾ ਰਹੇ ਟੈਂਪਰੇਚਰ ਵੱਧਦਾ ਜਾ ਰਿਹਾ। ਸੋ दैट increase in temperature is actually leading to that mechanically weak and ductile region। थोड़ा सा I would say on a molten side है, but that is partially molten। absolutely molten क्या है? outer core। तो ਇਹ ਧਿਆਨ ਰੱਖਿਓ ਤੁਸੀਂ। ਜੇ ਮੈਂ ਮੈਂਟਲ ਦੀ ਗੱਲ ਕਰ ਰਿਹਾ ਉਹ ਵੀ ਐਸਥੀਨੋਸਫੇਅਰ ਦੀ ਗੱਲ ਕਰ ਰਿਹਾ, ਉਹਦੇ ਵਿੱਚ ਮੈਂ ਕਹਿਣਾ ਪਾਰਸ਼ਲੀ ਮੋਲਟਨ ਹੈ ਜੀ, ਸੈਮੀ ਸੋਲਿਡ ਟਾਈਪ ਹੈ, ਵੀਕ ਹੈ, ਡਕਟਾਈਲ ਰੀਜਨ ਹੈ, allowing it to flow like a viscous fluid which facilitates plate tectonic movement। the answer is yes, बिल्कुल सही है जी। both 1 and 2 are the correct answer in this case। second, the asthenosphere is a ductile semi-fluid layer in the upper mantle that allows rigid lithospheric plates to move facilitating plate tectonics। ਆਪਾਂ ਹੁਣੇ ਕਵਰ ਕੀਤਾ। convection current in the asthenosphere are responsible for pushing magma upward through volcanic vents and mid-oceanic ridges, contributing to the formation of new crust। ਇਹ ਕੀ ਕਹਿ ਰਹੇ? ਇਹ ਕਹਿ ਰਹੇ ਕਿ ਕਨਵੈਕਸ਼ਨ ਕਰੰਟਸ ਚੱਲ ਰਹੇ हैं ਤੁਹਾਡੇ। ਜੇ ਆਪਾਂ ਮੈਂ ਟੌਪ ਲੇਅਰ ਬਣਾਤੀ, ਦਿਸ ਇਜ਼ ਕਰਸਟ, ਇਸ ਤੋਂ ਥੱਲੇ uppermost part of upper mantle, then we have this asthenosphere ਵਾਲਾ part, this asthenosphere ਵਾਲਾ। ਉਰੇ ਇਹ ਕਹਿ ਰਹੇ हैं कि कुछ कन्वेक्टिव करंट्स चलते हैं। कन्वेक्टिव करंट्स चलते हैं, बिल्कुल चलते हैं जी, राइट। थोड़ी देर पहला मैं दस्या ਤੁਹਾਨੂੰ ਕਨਵੈਕਸ਼ਨ ਦੇ ਪ੍ਰੋਸੈਸ ਬਾਰੇ ਦੱਸਿਆ ਜੋ ਕਿ ਆਊਟਰ ਕੋਰ ਦੇ ਵਿੱਚ ਹੋ ਰਿਹਾ। ਕੁਛ ਵੈਸਾ ਹੀ ਪ੍ਰੋਸੈਸ ਹੈ, ਅਗੇਨ ਉਸ ਲੈਵਲ ਤੇ ਨਹੀਂ ਹੋ ਰਿਹਾ, ਬਟ ਯੈਸ ਯੂ ਵਿਲ ਆਲਸੋ ਸੀ ਕਿ ਮੈਂਟਲ ਦੇ ਵਿੱਚ ਵੀ ਐਸਥੀਨੋਸਫੇਅਰ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਉੱਥੇ ਵੀ ਤੁਹਾਨੂੰ ਕੁਝ ਕਨਵੈਕਟਿੰਗ ਸਾਈਕਲਸ ਦੇਖਣ ਨੂੰ ਮਿਲਣਗੇ ਜੋ ਕਿ ਤੁਹਾਡੀ ਜਿਹੜੀ ਪਲੇਟ ਟੈਕਟੋਨਿਕਸ ਨੇ, ਟੈਕਟੋਨਿਕ ਪਲੇਟਸ ਨੇ, ਉਹਨਾਂ ਨੂੰ ਮੂਵ ਕਰਾਉਣ ਦੇ ਵਿੱਚ, ਇੱਕ ਡਾਇਰੈਕਸ਼ਨ ਦੇਣ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। convection currents in the asthenosphere are responsible for pushing magma source of magma। ਸਿੰਪਲ ਤੁਹਾਨੂੰ ਜੇ ਪੁੱਛਿਆ ਜਾਵੇ ਪ੍ਰੀਲਿਮਸ ਦੇ ਕੁਐਸਚਨ ਵਿੱਚ source of magma ਕੀ ਹੈ, ਤੁਸੀਂ ਕਹੋਗੇ asthenosphere ਦੀ ਜਿਹੜੀ ਲੇਅਰ ਹੈ ਉਹ ਬਣਦੀ ਹੈ source of magma। now there is a difference between magma and lava। magma ਕੀ ਹੈ?
ਮੈਗਮਾ ਉਹ ਚੀਜ਼ ਹੈ ਜੋ ਅਰਥ ਦੇ ਇੰਟੀਰੀਅਰ ਦੇ ਵਿੱਚ ਸੋਲੀਡੀਫਾਈ ਹੋ ਗਿਆ। ਫੋਰ ਐਗਜ਼ਾਮਪਲ ਕਿ ਸਰਫੇਸ ਦੇ ਬਾਹਰ ਨਹੀਂ ਆਇਆ, ਉਹ ਸਰਫੇਸ ਦੇ ਥੱਲੇ ਹੀ ਕੋਈ ਚੀਜ਼ ਕੂਲ ਡਾਊਨ ਹੋ ਗਈ, ਦੈਟ ਇਜ਼ ਮੈਗਮਾ। ਇੰਟੀਰੀਅਰ ਦੇ ਵਿੱਚ ਹੈ ਮੈਗਮਾ। ਦ ਮੂਮੈਂਟ ਇਟ ਕਮਸ ਆਊਟ ਥਰੂ ਵੋਲਕੈਨੋ, ਤੇ ਤੁਸੀਂ ਦੇਖ ਪਾ ਰਹੇ ਹੋ ਉਹਨੂੰ, ਰੈਡ ਕਲਰ ਦਾ, ਔਰੇਂਜ ਕਲਰ ਦਾ ਦੇਖ ਪਾ ਰਹੇ ਹੋ, ਇਟ ਹੈਜ਼ ਅਗੇਨ ਇਟ ਇਜ਼ ਕਮਿੰਗ ਆਊਟ ਫਰੋਮ ਅ ਵੋਲਕੈਨੋ, that is lava. The moment it solidifies beneath the surface of the earth, that is magma. So convection currents in the asthenosphere are responsible for pushing magma upwards. Yes, they are responsible for that, right? Through volcanic vents and mid oceanic ridges. So magma ਨੂੰ push ਕਰ ਰਹੇ हैं, magma ਨੂੰ push ਕਰ ਰਹੇ हैं, magma ਨੂੰ push ਕਰ ਰਹੇ हैं. The moment it comes out, it forms lava, it becomes lava. And the moment it solidifies in the interior of the earth, this is still considered as magma, contributing to the formation of new crust. Exactly. ਜਦੋਂ ਆਪਾਂ ਗੱਲ ਕਰਦੇ ਹਾਂ ਕਿ ਦੋ ਟਾਈਪ ਦੀ ਕਰਸਟ ਹੈ, ਕੰਟੀਨੈਂਟਲ ਕਰਸਟ ਐਂਡ ਦੀ ਅਦਰ ਵਨ ਇਜ਼ ਓਸ਼ੈਨਿਕ ਕਰਸਟ। ਕੰਟੀਨੈਂਟਲ ਕਰਸਟ ਦੀ ਥਿਕਨੈਸ ਵੀ ਜ਼ਿਆਦਾ ਹੈ, ਓਸ਼ੈਨਿਕ ਕਰਸਟ ਦੀ ਥਿਕਨੈਸ ਘੱਟ ਹੈ। ਓਸ਼ੈਨਿਕ ਕਰਸਟ ਇਜ਼ ਡੈਂਸਰ ਇਨ ਨੇਚਰ ਐਜ਼ ਕੰਪੇਅਰ ਟੂ ਕੰਟੀਨੈਂਟਲ ਕਰਸਟ। ਕੰਟੀਨੈਂਟਲ ਕਰਸਟ ਲਾਈਟਰ ਵੀ ਹੈਗੀ, ਡੈਂਸਰ ਵੀ ਨਹੀਂ ਹੈਗੀ, ਰਾਈਟ। ਦੋਵਾਂ ਦੇ ਮਟੀਰੀਅਲ ਦੇ ਵਿੱਚ ਫਰਕ ਹੈ। ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਕੰਟੀਨੈਂਟਲ ਕਰਸਟ ਪ੍ਰਾਇਮਰੀਲੀ ਕਿਸ ਰੌਕ ਦੀ ਬਣੀ ਹੁੰਦੀ ਹੈ, ਕਿਆ ਉਸਦਾ ਮਟੀਰੀਅਲ ਹੁੰਦਾ ਹੈ, ਐਂਡ ਵਰਸਸ ਜਦੋਂ ਆਪਾਂ ਓਸ਼ੈਨਿਕ ਕਰਸਟ ਦੀ ਗੱਲ ਕਰ ਰਹੇ ਹਾਂ, ਇਹ ਕਿਸ ਮਟੀਰੀਅਲ ਦੀ ਬਣੀ ਹੁੰਦੀ ਹੈ, ਤੇ ਇਹਦਾ ਵੀ ਜਾਂ ਕਿੰਨੀ ਦੀ ਥਿਕਨੈਸ ਹੁੰਦੀ ਹੈ, ਕਿਹੋ ਜਿਹੀ ਦੀ ਡੈਂਸਿਟੀ ਹੁੰਦੀ ਹੈ, ਇਹ ਸਾਰੀ ਗੱਲਾਂ ਤੁਸੀਂ ਮੈਨੂੰ ਦੱਸੋ। ਜਦੋਂ ਆਪਾਂ ਗੱਲ ਕਰਦੇ ਹਾਂ ਓਸ਼ੈਨਿਕ ਕਰਸਟ ਦੀ, ਇਹ ਨਾ ਜ਼ਿਆਦਾ ਪੁਰਾਣੀ ਵੀ ਨਹੀਂ ਹੈਗੀ, ਨਵੀਂ ਹੀ ਹੈ। ਐਂ ਲੱਗਦਾ ਕਿ ਨਵੀਂ ਬਣਦੀ ਹੈ, ਦੈਨ ਸਮਵੇਅਰ ਇਟ ਗੈਟਸ ਡਿਸਟਰੋਇਡ। ਨਾਓ ਵੇਅਰ ਡਜ਼ ਇਟ ਗੈਟ ਡਿਸਟਰੋਇਡ, ਉਹ ਆਪਾਂ ਨੈਕਸਟ ਵੀਡੀਓ ਵਿੱਚ ਕਵਰ ਕਰਾਂਗੇ। ਫਿਲਹਾਲ ਵਾਸਤੇ ਮੰਨੋ ਕਿ ਜਿਹੜਾ ਮੈਗਮਾ ਆ ਰਿਹਾ ਥੱਲੋਂ ਆ ਰਿਹਾ, ਉਹ ਨਵੀਂ ਕਰਸਟ ਨੂੰ ਬਣਾ ਰਿਹਾ, ਓਸ਼ੈਨਿਕ ਕਰਸਟ ਨੂੰ ਬਣਾ ਰਿਹਾ। ਸੋ ਦਿਸ ਸਟੇਟਮੈਂਟ ਇਜ਼ ਕਰੈਕਟ। Asthenosphere exhibits lower seismic wave velocities compared to the lithosphere. ਇਹ ਕਹਿ ਰਹੇ हैं ਕਿ ਐਸਥੀਨੋਸਫੇਅਰ ਦੇ ਵਿੱਚ ਜਿਹੜੀ ਸਿਸਮਿਕ ਵੇਵਸ ਜਿਹੜੀ ਜਾ ਰਹੀ ਹੈ ਬਿਕੋਜ਼ ਆਫ ਅਰਥਕੁਏਕ, ਜਿਹੜੀ ਵੇਵਸ ਟਰੈਵਲ ਕਰ ਰਹੀਆਂ, ਪੀ ਵੇਵਸ, ਐਸ ਵੇਵ ਦੀ ਗੱਲ ਕਰ ਰਹੇ ਹਾਂ, ਉਹਦੀ ਵੈਲੋਸਿਟੀ ਜਿਹੜੀ ਹੈਗੀ ਉਹ ਘਟ ਜਾਂਦੀ ਹੈ ਵੈਨ ਵੀ ਆਰ ਕੰਪੇਅਰਿੰਗ ਵਿਦ ਦ ਲਿਥੋਸਫੇਅਰ ਪਾਰਟ। ਨਾਓ ਲਿਥੋਸਫੇਅਰ ਇਜ਼ ਦ ਅਪਰ ਮੋਸਟ ਪਾਰਟ ਵਿਚ ਇਜ਼ ਦ ਸੋਲਿਡ ਪਾਸਟ। ਨਾ ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਲੈਟਸ ਸੇ ਪੀ ਵੇਵ ਤੇ ਐਸ ਵੇਵ ਦਾ ਨੇਚਰ ਕਿਵੇਂ ਦਾ, ਇਹ ਨਾ ਐਂ ਲੱਗਦਾ ਜਦੋਂ ਤੁਸੀਂ ਨੇਚਰ ਸਟੱਡੀ ਕਰਨ ਲੱਗ ਰਹੇ ਹੋ ਤਾਂ ਜਿਵੇਂ ਸਾਊਂਡ ਵੇਵਸ ਦਾ ਨੇਚਰ ਹੁੰਦਾ ਉਵੇਂ ਹੀ ਇਹਨਾਂ ਦਾ ਨੇਚਰ ਹੈ। ਦੇ ਨੀਡ ਅ ਮੀਡੀਅਮ ਟੂ ਟਰੈਵਲ, they need a medium to travel. P waves can travel through solid, P waves can travel through liquid, P waves can also travel through gases, यानी कि तीनों मीडियम तो कर सकते हैं। बट जेडे S waves हैं, secondary waves हैं, they can only travel through solid part, they cannot travel through liquid or gaseous medium. So ਇਹਦੇ ਵਿੱਚ ਵੀ ਆਪਾਂ ਗੱਲ ਕਰਦੇ ਹਾਂ ਸੋਲਿਡ ਪਾਰਟ ਦੇ ਵਿੱਚ ਵੀ, ਰਾਈਟ, ਜਾਂ ਜਿਹੜਾ ਸੈਮੀ ਸੋਲਿਡ ਟਾਈਪ ਪਾਰਟ ਹੋ ਗਿਆ, ਉਹਦੇ ਤੁਸੀਂ ਦੇਖੋਗੇ ਤਾਂ ਕੀ ਹੁੰਦਾ ਕਿ ਜਿਹੜੇ ਪਾਰਟੀਕਲਸ, ਕੋਈ ਵੀ ਚੀਜ਼ ਸੋਲਿਡ ਹੈ, ਕੋਈ ਵੀ ਚੀਜ਼ ਲਿਕੁਇਡ ਹੈ, ਫਰਕ ਕੀ ਹੈ। ਉਰੇ ਦੇਖੋ ਤੁਸੀਂ ਕਿ ਸੋਲਿਡ ਦੇ ਵਿੱਚ ਨਾ ਜਿਹੜੇ ਪਾਰਟੀਕਲਸ ਨੇ ਦੇ ਆਰ ਟਾਈਟਲੀ ਪੈਕਡ, ਦੇ ਆਰ ਟਾਈਟਲੀ ਪੈਕਡ, ਇੱਕ ਦੂਜੇ ਦੇ ਨਾਲ ਟਾਈਟਲੀ ਪੈਕ ਹੋਏ ਪਏ ਆ। ਔਨ ਦੀ ਅਦਰ ਹੈਂਡ ਇਨ ਕੇਸ ਆਫ ਲਿਕੁਇਡ ਜਾਂ ਫਿਰ ਸੈਮੀ ਸੋਲਿਡ ਟਾਈਪ ਮਟੀਰੀਅਲ, ਯੂ ਵਿਲ ਸੀ ਕਿ ਇਹ ਕੁਛ ਨਾ ਪਾਰਟੀਕਲ ਦੂਰ ਦੂਰ ਪੈਕਡ ਹੈ। ਆ ਦੇਖੋ, ਦੇ ਆਰ ਲਾਈਟਲੀ ਪੈਕਡ, ਆਈ ਵੁੱਡ ਸੇ ਦੇ ਆਰ ਨਾਟ ਟਾਈਟਲੀ ਪੈਕਡ, ਰਾਈਟ। ਇਹ ਕੁਛ ਇਸ ਤਰੀਕੇ ਨਾਲ। ਐਂਡ ਔਨ ਦੀ ਅਦਰ ਹੈਂਡ ਜਦੋਂ ਆਪਾਂ ਗੈਸਿਸ ਦੀ ਗੱਲ ਕਰਦੇ ਹਾਂ ਤਾਂ ਇਹ ਪਾਰਟੀਕਲਸ ਕੁਛ ਤੁਹਾਨੂੰ ਇਸ ਤਰ੍ਹਾਂ ਮਿਲਣਗੇ। ਸੋ ਵੈਨ ਇਟ ਕਮਸ ਟੂ ਸੋਲਿਡ, ਜਿਹੜੀ એનર્ਜੀ ਟ੍ਰਾਂਸਫਰ ਹੋ ਰਹੀ ਹੈ, એનર્ਜੀ ਟ੍ਰਾਂਸਫਰ ਜੇ ਹੋ ਰਹੀ ਹੈ ਤਾਂ ਬਹੁਤ ਤੇਜ਼ੀ ਨਾਲ ਹੋ ਸਕਦੀ ਹੈ, ਬਹੁਤ ਐਫੀਸ਼ੀਐਂਟਲੀ ਹੋ ਸਕਦੀ ਹੈ, ਰਾਈਟ। ਤਾਂ ਕਰਕੇ ਹੋ ਸਕਦਾ ਕਿ એનર્ਜੀ ਬੜੀ ਜਲਦੀ ਟਰੈਵਲ ਕਰੇ। ਜੇ એનર્ਜੀ ਬਹੁਤ ਜਲਦੀ ਟਰੈਵਲ ਕਰ ਰਹੀ ਹੈ ਤਾਂ ਆਈ ਕੈਨ ਸੇ ਕਿ ਸਿਸਮਿਕ ਵੇਵ ਵੀ ਬਹੁਤ ਜਲਦੀ ਟਰੈਵਲ ਕਰ ਰਹੀ ਹੈ। ਜਲਦੀ ਟਰੈਵਲ ਕਰ ਰਹੀ ਹੈ ਮਤਲਬ ਉਹਦੀ ਵੈਲੋਸਿਟੀ ਜ਼ਿਆਦਾ। ਸੋਲਿਡ ਦੇ ਕੇਸ ਵਿੱਚ ਦੈਟਸ ਦ ਕੇਸ। ਸੋ ਐਸਥੀਨੋਸਫੇਅਰ ਦੇ ਆਪਾਂ ਗੱਲ ਕਰੀਏ ਤਾਂ ਉਹ ਥੋੜਾ ਜਿਹਾ ਡਕਟਾਈਲ ਰੀਜਨ ਹੈ। ਔਨ ਦੀ ਅਦਰ ਹੈਂਡ ਜਿਹੜਾ ਲਿਥੋਸਫੇਅਰ ਹੈ ਦੈਟ ਇਜ਼ ਅ ਸੋਲਿਡ ਪਾਰਟ। ਸੋਲਿਡ ਪਾਰਟ ਹੋਣ ਕਰਕੇ ਕੀ ਹੋਣਾ ਕਿ ਸੋਲਿਡ ਪਾਰਟ ਹੈ ਤਾਂ ਪਾਰਟੀਕਲਸ ਨੇੜੇ ਨੇੜੇ, ਦੇ ਆਰ ਟਾਈਟਲੀ ਪੈਕਡ, ਦੇ ਕੈਨ ਸ਼ੋ, ਦੇ ਕੈਨ ਐਗਜ਼ਿਬਿਟ ਦਿਸ ਕਿ ਉਰੇ ਜਿਹੜੀ એનર્ਜੀ ਟ੍ਰਾਂਸਫਰ ਹੈ ਬੜੀ ਤੇਜ਼ੀ ਨਾਲ ਹੋਣੀ ਸ਼ੁਰੂ ਹੋ ਜਾਏ। So the asthenosphere exhibits lower seismic wave velocity compared to lithosphere, indicating mechanically weak and partially molten nature. This statement is also correct. Next, consider the following statements about the reason for Earth's magnetic field. ਇਹ ਆਪਾਂ ਪਹਿਲਾਂ ਕਵਰ ਕੀਤਾ ਹੋਇਆ, ਇਸੇ ਨੂੰ ਦੁਬਾਰਾ ਇਸ ਨੂੰ ਰਿਵਾਈਜ਼ ਕਰ ਲੈਂਦੇ ਹਾਂ। Earth's magnetic field is primarily generated by geodynamo process, ਜਿਹਦੇ ਵਿੱਚ ਆਪਾਂ ਕਿਹਾ ਕਿ outer core, since it is liquid, it is molten, right? It has nickel, it has iron in molten state, and then because of convective currents, we have a flow of electrons ਉਸ ਮਟੀਰੀਅਲ ਦੇ ਵਿੱਚ, and they have highly charged electrons ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਹੈ।
ਉਸ ਤੋਂ ਇਲਾਵਾ ਅਰਥ ਰੋਟੇਟ ਵੀ ਕਰ ਰਹੀ ਹੈ, ਬਿਕॉज ਆਫ दैट रोटेशन वी आल्सो हैव ਕੋਰਾਲਿਸ ਫੋਰਸ। ਕੋਰਾਲਿਸ ਇਫੈਕਟ, ਕੋਰਾਲਿਸ ਇਫੈਕਟ ਕੀ ਕਰੂਗਾ ਕਿ ਜੋ ਤੁਹਾਡਾ ਨਾਰਮਲ ਕਨਵੈਕਟਿਵ ਸਾਈਕਲ ਐਂ ਜਾ ਰਿਹਾ ਸੀਗਾ ਉਹਨੂੰ ਕਹੂਗਾ ਕੁਝ ਐਂ ਸਪਾਇਰਲ ਕਰਕੇ ਜਾਓ, ਐਂ ਸਪਾਇਰਲ ਕਰਕੇ ਜਾਓ। ਇਵੈਂਚੁਅਲੀ ਇਹ ਜੋ ਇਸ ਤਰੀਕੇ ਨਾਲ ਸਪਾਇਰਲ ਕਰਕੇ ਜਾ ਰਿਹਾ ਉਹਦੇ ਨਾਲ ਕੀ ਹੋਣਾ ਕਿ ਜਿਹੜੇ ਤੁਹਾਡੀ ਮੈਗਨੈਟਿਕ ਫੀਲਡ ਲਾਈਨਸ ਨੇ ਕੁਝ ਇਸ ਤਰੀਕੇ ਨਾਲ ਨਿਕਲਣੇ ਸ਼ੁਰੂ ਹੋ ਜਾਣਗੇ। ਸੇਮ ਗੋਸ ਫॉर ਦਿਸ। ਇਹ ਦੇਖੋ ਤਾਂ ਇਹ ਤੁਹਾਡੇ ਅਰਥ ਦੇ ਇੰਟੀਰੀਅਰ ਚੋਂ ਕੁਝ ਇਸ ਤਰੀਕੇ ਨਾਲ ਮੈਗਨੈਟਿਕ ਫੀਲਡ ਲਾਈਨਸ ਨਿਕਲ ਰਹੀਆਂ ਬਾਹਰ। ਤਾਂ ਦੈਨ ਜਦ ਆਪਾਂ ਗੱਲ ਕਰਦੇ ਹਾਂ ਬਾਹਰ ਤਾਂ ਇਹ ਕੁਝ ਇਸ ਤਰੀਕੇ ਨਾਲ ਤੁਹਾਨੂੰ ਦਿਖਾਈ ਦਿੰਦੀ ਹੈ। ਆ ਦੇਖੋ ਇਹ ਇੱਕ ਨਾ ਕਨਸੈਪਚੁਅਲ ਕੁਐਸਚਨ ਪੁੱਛਿਆ ਜਾ ਸਕਦਾ ਤੁਹਾਡੇ ਤੋਂ ਕਿ ਵਾਟ ਹੈਪਨਸ ਜੇ ਅਰਥ ਦੀ ਰੋਟੇਸ਼ਨ ਰੁਕ ਜਾਂਦੀ ਹੈ ਤਾਂ ਕਿਆ ਅਰਥ ਉਦੋਂ ਮੈਗਨੈਟਿਕ ਫੀਲਡ ਜੋ ਅੱਜ ਐਗਜ਼ੀਬਿਟ ਕਰ ਪਾ ਰਹੀ ਹੈ ਉਸ ਲੈਵਲ ਤੇ ਕਰ ਪਾਓਗੇ? ਦ ਆਂਸਰ ਇਜ਼ ਕਲੀਅਰ नो, ਨਹੀਂ ਕਰ ਪਾਓਗੇ। ਜੇ ਅਰਥ ਦੀ ਲੈਟਸ ਸੇ ਮੈਗਨੈਟਿਕ ਫੀਲਡ ਚਲੀ ਜਾਂਦੀ ਹੈ ਫਿਰ ਕੀ ਹੋ ਸਕਦਾ ਜੀ? ਫਿਰ ਅਰਥ ਦਾ ਐਟਮੋਸਫੀਅਰ ਵੀ ਜਿਹੜਾ ਹੈਗਾ ਉਹ ਵੀ ਜਾ ਸਕਦਾ ਹੈ। ਕਿਉਂ? ਕਿਉਂਕਿ ਮੈਗਨੈਟਿਕ ਫੀਲਡ ਕੀ ਕਰ ਰਹੀ ਹੈ? ਮੈਗਨੈਟਿਕ ਫੀਲਡ ਨਾ ਇੱਕ ਸ਼ੀਲਡ ਦਾ ਕੰਮ ਕਰ ਰਹੀ ਹੈ, ਇੱਕ ਸ਼ੀਲਡ ਦਾ ਕੰਮ ਕਰ ਰਹੀ ਹੈ। ਉਹਦੇ ਨਾਲ ਕੀ ਹੋ ਰਿਹਾ ਕਿ ਜੋ ਸੋਲਰ ਵਿੰਡ ਆ ਰਹੀ ਹੈ, ਸੋਲਰ ਵਿੰਡ ਨੂੰ ਇਹ ਡਿਫਲੈਕਟ ਕਰਦੀ ਹੈ। ਸੋਲਰ ਵਿੰਡ ਕੁਝ ਇਸ ਤਰੀਕੇ ਨਾਲ ਡਿਫੈਕਟ ਹੋ ਜਾਂਦੀ ਹੈ ਜੀ, ਅਰਥ ਤੱਕ ਡਾਇਰੈਕਟਲੀ ਨਹੀਂ ਪਹੁੰਚ ਪਾਉਂਦੀ। ਜੇ ਅਰਥ ਤੱਕ ਉਹ ਡਾਇਰੈਕਟਲੀ ਪਹੁੰਚਣਾ ਸ਼ੁਰੂ ਕਰ ਦੂਗੀ ਤਾਂ ਕੀ ਹੋਊਗਾ? ਤਾਂ ਹੋਣਾ ਕੀ ਹੈ ਤਾਂ ਜਿਹੜਾ ਐਟਮੋਸਫੇਅਰ ਹੈ ਆਪਣਾ दैट एटमोसफेयर विल बी स्वेप्ट अवे। ਤੁਸੀਂ ਕਹੋਗੇ ਕਿ ਸਰ ਐਸਾ ਕੁਝ ਐਗਜ਼ਾਮਪਲ ਜਾਂ ਕੁਝ ਕੇਸ ਦੇਖਣ ਨੂੰ ਮਿਲਿਆ? ਬਿਲਕੁਲ ਦੇਖਣ ਨੂੰ ਮਿਲਿਆ। ਮਾਰਸ ਦੇ ਕੇਸ ਵਿੱਚ ਉਹਦੀ ਮੈਗਨੈਟਿਕ ਫੀਲਡ ਬਹੁਤ ਘੱਟ ਹੈ ਜੀ, ਠੀਕ ਹੈ। ਤਾਂ ਮਾਰਸ ਦਾ ਐਟਮੋਸਫੇਅਰ ਵੀ ਬਹੁਤ ਥਿਨ ਹੈ। ਤਾਂ ਅਰਥ ਦੇ ਐਟਮੋਸਫੇਅਰ ਨੂੰ ਰੋਕਣ ਵਾਸਤੇ ਗ੍ਰੈਵਿਟੀ ਦਾ ਵੀ ਰੋਲ ਹੈਗਾ। ਦੈਨ ਵੀ ਆਲਸੋ ਹੈਵ ਅ ਰੋਲ ਫॉर magnetic field also. So this can be a conceptual question which can be asked in UPSC prelims as well as Punjab PCS prelim and also हरियाणा prelims का भी आने वाला ही है। तो आप सबके लिए ये concept बहुत important है। Now second part again which I have just explained, Coriolis effect resulting from Earth's rotation organizes the flow in the outer core contributing to self-sustaining nature of magnetic field. This is also correct. So both 1 and 2 are correct in this case. Next, consider the following statements about the material composition of continental and oceanic crust. ਸੋ ਥੋੜੀ ਦੇਰ ਪਹਿਲਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ, ਕੁਐਸਚਨ ਵੀ ਆਈ ਗਿਆ ਤੁਹਾਡੇ ਵਾਸਤੇ। Continental crust is primarily composed of felsic rocks such as granite rich in silica and aluminium ਜਿਹਨੂੰ ਆਪਾਂ ਕਹਿੰਦੇ ਸਿਆਲ, making it less dense than oceanic crust. This statement is correct. Oceanic crust is mainly made up of mafic rocks. Mafic rocks ਦੀ ਗੱਲ ਕਰ ਰਹੇ ਹਾਂ such as basalt. Again, very important fact for you. Rich in iron and magnesium and that contributes to higher density and thinner profile. Continental crust ਜਿਹੜਾ ਹੈਗਾ ਉਹ thickness ਜ਼ਿਆਦਾ ਹੈ as compared to oceanic crust. Oceanic crust ਦੀ thickness ਕੁਝ 10 ਕਿਲੋਮੀਟਰ ਤੱਕ ਦੀ at max ਹੁੰਦੀ ਹੈ, ਬਟ ਕੰਟੀਨੈਂਟਲ ਕੇਸ ਵਿੱਚ crust ਦੇ ਕੇਸ ਵਿੱਚ ਤੁਹਾਨੂੰ thickness 30 ਕਿਲੋਮੀਟਰ ਔਨ ਐਨ ਐਵਰੇਜ ਮਿਲ ਜੂਗੀ, ਬਟ ਦੇਰ ਵਿਲ ਬੀ ਪਲੇਸਿਸ ਜਿੱਥੇ ਇਹ 70 to 80 ਕਿਲੋਮੀਟਰ ਵੀ ਪਹੁੰਚ ਜਾਂਦੀ ਹੈ thickness. ਫॉर एग्जांपल ਹਿਮਾਲਿਆਸ, ਜਿੱਥੇ ਕੀ ਦੇਖਣ ਨੂੰ ਮਿਲ ਰਿਹਾ ਆਪਾਂ ਨੂੰ? ਕਰਸਟਲ ਡਬਲਿੰਗ ਦੇਖਣ ਨੂੰ ਮਿਲਦੀ ਹੈ ਕਿ ਇੱਕ ਕੰਟੀਨੈਂਟਲ ਕਰਸਟ ਦੂਜੀ ਕੰਟੀਨੈਂਟਲ ਕਰਸਟ ਦੇ ਥੱਲੇ ਆ ਚੁੱਕੀ ਹੈ ਐਂਡ ਨੀਦਰ ਆਫ them is subducting below the other। ਤਾਂ ਉਰੇ ਇੱਕ ਉਹ ਡਬਲ ਕਰ ਰਹੇ ਹੋ ਉਸਨੂੰ। ਕਰਸਟਲ ਡਬਲਿੰਗ ਇਜ਼ ਦ ਪ੍ਰੋਸੈਸ, ਕਰਸਟਲ ਡਬਲਿੰਗ ਇਜ਼ ਦ ਨੇਮ ਓਵਰ ਹਿਅਰ। ਸੋ which are the following statements given above is are correct? I think both 1 and 2 are correct. Now let's move on to the second question. Yeah, next question, sorry. Now this is very interesting question. Consider the following pairs regarding seismic discontinuities in Earth's interior. ਹੁਣ ਆਪਾਂ ਗੱਲ ਕਰਦੇ ਹਾਂ ਕਿ ਅਰਥ ਦੇ ਇੰਟੀਰੀਅਰ ਦੇ ਵਿੱਚ ਬਹੁਤ ਸਾਰੀ ਡਿਸਕੰਟੀਨਿਊਟੀਜ਼ ਹੈ। ਕਿਉਂ? ਕਿਉਂਕਿ ਅਰਥ ਦਾ ਜਿਹੜੀ ਮਟੀਰੀਅਲ ਕੰਪੋਜੀਸ਼ਨ ਹੈ ਉਹ ਕੋਰ ਦੇ ਵਿੱਚ ਅਲੱਗ ਹੈ, ਆਊਟਰ ਕੋਰ ਦੇ ਵਿੱਚ ਅਲੱਗ ਹੈ, ਇਨਰ ਕੋਰ ਦੇ ਵਿੱਚ ਅਲੱਗ ਹੈ। ਦੈਨ ਵੀ ਹੈਵ ਅਪਰ ਮੈਂਟਲ, ਲੋਅਰ ਮੈਂਟਲ, then you also have upper crust and lower crust। क्योंकि मटेरियल कंपोजिशन हर एक लेयर ਦੇ ਵਿੱਚ ਅਲੱਗ-ਅਲੱਗ ਹੈ, then तो उसकी वजह से we have certain discontinuities ਜੋ ਕਿ observe ਕੀਤੀਆਂ over the period of time through seismic waves। ਆਪਾਂ ਦੇਖਿਆ ਕਿ ਉਰੇ ਮਟੀਰੀਅਲ ਚੇਂਜ ਹੋ ਜਾਂਦਾ, ਬਹੁਤ ਜ਼ਿਆਦਾ ਚੇਂਜ ਹੋ ਰਿਹਾ। ਉਰੇ ਜਿਹੜੀ waves travel ਕਰ ਰਹੀਆਂ ਤੁਹਾਡੀ ਉਹਨਾਂ ਦਾ ਨੇਚਰ ਚੇਂਜ ਹੋ ਰਿਹਾ। so for that we have number of discontinuities। now let's analyze this question। ਡਿਸਕੰਟੀਨਿਊਟੀ ਪਹਿਲੀ ਹੈ ਜੀ ਕੌਨਰਾਡ ਡਿਸਕੰਟੀਨਿਊਟੀ, ਜਿਹਦੇ ਵਾਸਤੇ ਮੈਂ ਤੁਹਾਨੂੰ ਪਹਿਲੇ ਹੀ ਕੁਐਸਚਨ ਦੇ ਵਿੱਚ ਆਈਡੀਆ ਦਿੱਤਾ ਸੀਗਾ। ਇਟ ਇਜ਼ ਬਿਟਵੀਨ ਅਪਰ ਕਰਸਟ ਐਂਡ ਲੋਅਰ ਕਰਸਟ। ਯੈਸ, ਦਿਸ ਇਜ਼ ਕਰੈਕਟ। ਦੈਨ ਵੀ ਹੈਵ ਮੋਹਰ ਡਿਸਕੰਟੀਨਿਊਟੀ ਬਿਟਵੀਨ ਕਰਸਟ ਐਂਡ ਦੀ ਮੈਂਟਲ, ਯਾਨੀ ਕਿ ਲੋਅਰ ਕਰਸਟ ਐਂਡ ਅਪਰ ਮੈਂਟਲ ਦੇ ਵਿਚਾਲੇ, ਬਿਲਕੁਲ ਸਹੀ ਹੈ। ਦੈਨ ਵੀ ਹੈਵ repeated discontinuity which is between upper mental versus lower mental, या outer mental या फिर inner mental, this is also correct। then we have Gutenberg discontinuity which is between
ਲੋਅਰ ਮੈਂਟਲ ਐਂਡ ਆਊਟਰ ਕੋਰ, ਦਿਸ ਇਜ਼ ਆਲਸੋ ਕਰੈਕਟ। ਤੇ ਮੈਂਟਲ ਦਾ ਭਾਵ ਇਹ ਹੈ ਕਿ ਆਪਣੇ ਆਪ ਹੀ ਤੁਸੀਂ ਸਮਝੋ ਕਿ ਲੋਅਰ ਮੈਂਟਲ ਦੀ ਗੱਲ ਹੋ ਰਹੀ ਹੈ ਜੀ, ਰਾਈਟ। ਦੈਨ ਵੀ ਹੈਵ ਲੇਮਨ ਬਿਟਵੀਨ ਆਊਟਰ ਮੈਂਟਲ ਐਂਡ ਅਸਥੀਨੋਸਫੀਅਰ। ਆਊਟਰ ਮੈਂਟਲ ਤੇ ਅਸਥੀਨੋਸਫੀਅਰ ਦੇ ਵਿੱਚ ਇਹ ਕਹਿ ਰਹੇ ਹੈ ਲੇਮਨ ਡਿਸਕੰਟੀਨਿਊਟੀ ਹੈ, ਦਿਸ ਇਜ਼ ਰੋਂਗ, ਕਿਉਂਕਿ ਲੇਮਨ ਡਿਸਕੰਟੀਨਿਊਟੀ ਹੈ ਬਿਟਵੀਨ outer core and inner core. So this statement is incorrect. Rest all the pairs are correctly matched. So ਤੁਹਾਡੇ ਵਾਸਤੇ ਤੁਸੀਂ ਰਿਵਾਈਜ਼ ਕਰਨ ਵਾਸਤੇ ਇਹਨੂੰ ਕੁਝ ਇਸ ਤਰੀਕੇ ਨਾਲ ਯਾਦ ਰੱਖੋ ਕਿ ਜਿਹੜੀ ਉੱਤੇ ਵਾਲੀ ਜਿਹੜੀ ਕਰਸਟ ਹੈ ਆਪਣੀ, we have this crust part which is divided into upper and lower part. ਇਹਨਾਂ ਦੋਵਾਂ ਨੂੰ ਕੌਣ differentiate ਕਰੇ discontinuity, that is Conrad discontinuity. And then lower crust and upper mental, ਇਹਨਾਂ ਦੇ ਵਿੱਚ ਕਿਹੜੀ ਡਿਸਕੰਟੀਨਿਊਟੀ ਹੈ? ਵੀ ਹੈਵ ਮੋਹੋ ਡਿਸਕੰਟੀਨਿਊਟੀ। ਅਪਰ ਮੈਂਟਲ ਐਂਡ ਲੋਅਰ ਮੈਂਟਲ ਵਿਚ ਡਿਸਕੰਟੀਨਿਊਟੀ? ਵੀ ਹੈਵ ਰੈਪੀਟਿਡ ਡਿਸਕੰਟੀਨਿਊਟੀ। ਦੈਨ ਵੀ ਹੈਵ ਲੋਅਰ ਮੈਂਟਲ ਐਂਡ ਆਊਟਰ ਕੋਰ, ਇਹਦੇ ਵਿੱਚ ਕੀ ਹੈ ਜੀ? ਗੁਟਨਬਰਗ। ਦੈਨ ਆਊਟਰ ਕੋਰ ਐਂਡ ਇਨਰ ਕੋਰ ਕਿਹੜੀ ਡਿਸਕੰਟੀਨਿਊਟੀ ਹੈ? ਦਿਸ ਇਜ਼ ਲੇਹਮੈਨ ਡਿਸਕੰਟੀਨਿਊਟੀ। ਸੋ CMRGL। Let's move on to the next question. In this case, the correct answer is only 4. ਓਨਲੀ 4 ਇਜ਼ ਦ ਰਾਈਟ ਆਂਸਰ, ਕਿਉਂਕਿ ਆਈ ਥਿੰਕ ਉਰੇ ਇੱਕ ਜਿਹੜਾ ਟਾਈਪਿੰਗ ਐਰਰ ਆਇਆ ਹੋਇਆ, ਰਾਈਟ। ਸੋ ਓਨਲੀ 4 ਇਜ਼ ਦ ਰਾਈਟ ਆਂਸਰ ਓਵਰ here. This is the right answer. Only 4. Next, consider the following statements regarding the state of Earth's core. The inner core of Earth is solid while the outer core is liquid, despite the inner core experiencing higher temperature than the outer core. ਹੁਣ ਆਪਾਂ ਗੱਲ ਕਰ ਰਹੇ ਹਾਂ ਅਰਥ ਦੇ ਕੋਰ ਦੀ। This is outer core, imagine, and this is inner core. They are saying कि inner core is solid, which is a fact as well as conceptual point. Then we have outside this outer core, which is liquid in state or molten. ਕੀ ਕਹਿ ਰਹੇ? inner core is of the earth is solid while the outer core is liquid despite the inner core experiencing higher temperature than the outer core. ਤੁਸੀਂ ਆਪਾਂ ਅਗੇਨ ਆਪਾਂ ਇਸ ਗੱਲ ਤੇ ਤਾਂ ਸਹਿਮਤ ਹੈਗੇ ਆ ਸਾਰਿਆਂ ਨੇ ਕਿ ਜਿਵੇਂ ਜਿਵੇਂ ਆਪਾਂ ਅਰਥ ਦੇ ਇੰਟੀਰੀਅਰ ਵੱਲ ਜਾ ਰਹੇ ਹਾਂ, ਰਾਈਟ, ਸੈਂਟਰ ਵੱਲ ਉਰੇ ਆਪਾਂ ਜਾ ਰਹੇ ਹਾਂ, ਤਾਂ ਟੈਂਪਰੇਚਰ ਜਿਹੜਾ ਹੈਗਾ ਉਹ ਵੱਧਦਾ ਹੀ ਜਾ ਰਿਹਾ ਜੀ। ਟੈਂਪਰੇਚਰ ਵੱਧਦਾ ਰਿਹਾ, ਸਭ ਤੋਂ ਘੱਟ ਟੈਂਪਰੇਚਰ ਤੁਹਾਨੂੰ ਕਰਸਟ ਤੇ ਮਿਲੂਗਾ, ਫਿਰ ਮੈਂਟਲ ਤੇ ਵੱਧਦਾ ਜਾਊਗਾ, ਕੋਰ, ਆਊਟਰ ਕੋਰ, ਇਨਰ ਕੋਰ ਬਿਲਕੁਲ ਵੱਧਦਾ ਜਾਣਾ ਜਿੰਨਾ ਆਪਾਂ ਸੈਂਟਰ ਵੱਲ ਜਾਈ ਜਾ ਰਹੇ। This statement is correct. Second statement says the immense pressure in the inner core significantly raises the melting point of iron and nickel alloys. ਇਹ ਕੀ ਕਹਿ ਰਹੇ हैं ਕਿ ਇਨਰ ਕੋਰ ਦੇ ਵਿੱਚ ਨਾ ਪ੍ਰੈਸ਼ਰ ਇੰਨਾ ਜ਼ਿਆਦਾ ਹੋ ਚੁੱਕਿਆ। ਪ੍ਰੈਸ਼ਰ ਕਿਸ ਚੀਜ਼ ਦਾ? ਦੇਖੋ, ਇਹ ਅਰਥ ਇੱਕ ਸਫੀਅਰ, ਅਗੇਨ ਸਫੀਅਰ ਨਹੀਂ ਹੈ, ਇਮੇਜਿਨ ਕਰੋ ਇੱਕ ਸਫੀਅਰ ਦੇ ਤੌਰ ਤੇ, ਰਾਈਟ। ਤਾਂ ਉਹ ਸਾਰੀ ਸਾਈਡਸ ਤੋਂ ਪ੍ਰੈਸ਼ਰ ਪੈ ਰਿਹਾ, ਕੁਛ ਇੱਥੋਂ ਪੈ ਰਿਹਾ, ਕੁਛ ਇੱਥੋਂ ਪੈ ਰਿਹਾ, ਕੁਛ ਇੱਥੋਂ ਪੈ ਰਿਹਾ, ਸਾਰੀ ਸਾਈਡਸ ਤੋਂ, ਸਾਰੇ ਫੇਸਿਸ ਤੋਂ ਪ੍ਰੈਸ਼ਰ ਪੈ ਰਿਹਾ ਟੂਵਰਡਸ ਦੀ ਕੋਰ। ਉਹਦੇ ਨਾਲ ਕੀ ਹੋ ਰਿਹਾ? ਜਿਹੜਾ ਕੋਰ ਦੇ ਵਿੱਚ ਮਟੀਰੀਅਲ ਹੈ ਨਾ, ਉਹਦਾ ਕੀ ਕਹਿੰਦੇ ਕਿ ਮੈਲਟਿੰਗ ਪੁਆਇੰਟ ਵੱਧ ਚੁੱਕਿਆ, ਕਿਉਂਕਿ ਉਹਦੇ ਵਿੱਚ ਜਿਹੜੇ ਪਾਰਟੀਕਲਸ ਨੇ ਕੋਰ ਦੇ ਵਿੱਚ ਉਹਨਾਂ ਨੂੰ ਟਾਈਟਲੀ ਪੈਕ ਕਰ ਦਿੱਤਾ ਗਿਆ। ਟਾਈਟਲੀ ਪੈਕ ਕਰ ਦਿੱਤਾ ਗਿਆ ਤਾਂ ਕੁਝ ਸੋਲਿਡ ਨੇਚਰ ਐਕਵਾਇਰ ਕਰ ਲਿਆ। ਟੂ ਮੈਲਟ them you need higher melting point. ਤੁਹਾਨੂੰ ਟੈਂਪਰੇਚਰ ਵੀ ਬਹੁਤ ਜ਼ਿਆਦਾ ਚਾਹੀਦਾ ਹੋਗਾ, then only you can put those material in a liquid stage. ਜੇ ਆਊਟਰ ਕੋਰ ਦੀ ਗੱਲ ਕਰੀਏ ਤਾਂ ਉੱਥੇ ਉਨਾ ਜ਼ਿਆਦਾ ਪ੍ਰੈਸ਼ਰ ਨਹੀਂ ਹੈਗਾ, ਥੋੜਾ ਘੱਟ ਹੈ, ਤਾਂ ਕਰਕੇ ਟੈਂਪਰੇਚਰ ਵਧਣ ਕਰਕੇ ਟੈਂਪਰੇਚਰ ਤਾਂ ਵੱਧਦਾ ਜਾ ਹੀ ਰਿਹਾ ਥੱਲੇ ਥੱਲੇ, ਪਰ ਆਊਟਰ ਕੋਰ ਦੇ ਵਿੱਚ ਕੀ ਹੋ ਰਿਹਾ ਜੀ? ਆਊਟਰ ਕੋਰ ਦੇ ਵਿੱਚ ਜਿਹੜਾ ਪ੍ਰੈਸ਼ਰ ਹੈ ਉਹ ਉਨਾ ਜ਼ਿਆਦਾ ਡੋਮੀਨੇਟ ਨਹੀਂ ਕਰ ਰਿਹਾ ਜਿੰਨਾ ਇਨਰ ਕੋਰ ਦੇ ਵਿੱਚ ਕਰਦਾ ਹੈ। The immense pressure in the inner core significantly raises the melting point of iron nickel alloys, preventing them from melting even at extreme temperatures, whereas lower pressure in the outer core allows the material to remain in a liquid state. So this statement is also correct, and I believe this statement is correctly explaining the first statement. So the answer is A option. Both 1 and 2 are correct, and statement 2 explains the statement 1. Consider the following statements about the shadow zones of P waves and S waves. ਹੁਣ ਇਹ ਜਦੋਂ ਆਪਾਂ ਕੁਐਸਚਨ ਕਰਦੇ ਆ, ਜਿਵੇਂ ਕਲਾਸ ਦੇ ਵਿੱਚ ਵੀ ਕਰਾਉਂਦਾ ਹੁੰਦਾ ਸੀ, ਤਾਂ ਬੱਚੇ ਕਹਿੰਦੇ ਸਰ ਕੁਝ ਸੋਰਸਿਸ ਤੇ ਨਾ ਉਰੇ 105 ਲਿਖਿਆ ਹੁੰਦਾ, ਉਰੇ 145 ਲਿਖਿਆ ਹੁੰਦਾ। ਤੁਸੀਂ ਉਸ ਚੀਜ਼ 'ਚ ਨਹੀਂ ਜਾਣਾ ਹੈਗਾ। ਜੇ 103 ਲਿਖਿਆ ਦੈਟ ਇਜ਼ ਆਲਸੋ ਕਰੈਕਟ, 105 ਲਿਖਿਆ ਦੈਟ ਇਜ਼ ਆਲਸੋ ਕਰੈਕਟ, 142 ਲਿਖਿਆ ਦੈਟ ਇਜ਼ ਆਲਸੋ ਕਰੈਕਟ, 145 ਲਿਖਿਆ ਦੈਟ ਇਜ਼ ਆਲਸੋ ਕਰੈਕਟ। The idea is to capture the process या capture the concept of P waves and S waves, उनके भी shadow zones.
ਸ਼ੈਡੋ ਜ਼ੋਨਸ ਕਿਉਂ ਬਣਦੀਆਂ ਜੀ? ਦੇਖੋ ਸਿੰਪਲ, ਸ਼ੈਡੋ ਜ਼ੋਨਸ ਇਸ ਲਈ ਬਣ ਰਹੇ ਆ ਕਿਉਂਕਿ ਆਪਾਂ ਗੱਲ ਕੀਤੀ ਹੈ ਕਿ ਅਰਥ ਦਾ ਜਿਹੜਾ ਮਟੀਰੀਅਲ ਹੈਗਾ ਉਹ ਯੂਨੀਫਾਰਮਲੀ ਡਿਸਟ੍ਰੀਬਿਊਟਡ ਨਹੀਂ ਹੈਗਾ, ਡਿਫਰੈਂਟ ਡੈਂਸਿਟੀ ਦੇ ਮਟੀਰੀਅਲ ਜਿਹੜੇ ਹੈਗੇ ਡਿਫਰੈਂਟਲੀ ਡਿਸਟ੍ਰੀਬਿਊਟਡ। ਜਿਵੇਂ ਆਪਾਂ ਕੋਰ ਵੱਲ ਜਾਈਏ ਜਾਂ ਸੈਂਟਰ ਵੱਲ ਜਾਈਏ ਤਾਂ ਡੈਂਸਿਟੀ ਜਿਹੜੀ ਹੈਗੀ ਉਹ ਵੱਧਦੀ ਜਾਂਦੀ ਹੈ। ਤਾਂ ਵੀ ਹੈਵ ਡਿਫਰੈਂਟ ਲੇਅਰਸ, ਰਾਈਟ, ਜਿਹਨੂੰ ਆਪਾਂ ਡਿਫਰੈਂਸ਼ੀਏਸ਼ਨ ਦੇ ਤੌਰ ਤੇ ਆਪਾਂ ਪਹਿਲਾਂ ਆਪਣੀ ਕਲਾਸਿਸ ਦੇ ਵਿੱਚ ਕਵਰ ਕੀਤਾ ਕਿ ਡਿਫਰੈਂਸ਼ੀਏਸ਼ਨ ਦੇ ਤਹਿਤ ਅਲੱਗ-ਅਲੱਗ ਲੇਅਰਸ ਅਲੱਗ-ਅਲੱਗ ਕੰਪੋਜੀਸ਼ਨ ਦੇ ਅਲੱਗ-ਅਲੱਗ ਮਟੀਰੀਅਲ ਦੀ ਅਰਥ ਦੇ ਵਿੱਚ ਅਰੇਂਜ ਹੋ ਚੁੱਕੀਆਂ ਸੀ। ਸੋ ਵਾਟ ਇਜ਼ ਹੈਪਨਿੰਗ ਓਵਰ ਹੇਅਰ, ਮੰਨ ਲਓ ਲੈਟਸ ਸੇ ਵੀ ਹੈਵ ਅ ਪੁਆਇੰਟ ਓਵਰ ਹੇਅਰ ਜਿੱਥੋਂ ਅਰਥ ਜਾਂ ਜਿੱਥੇ ਅਰਥਕੁਏਕ ਹੋਇਆ, ਉਸ ਤੋਂ ਬਾਅਦ ਕੀ ਹੋਣਾ, ਉਸ ਤੋਂ ਬਾਅਦ ਕੁਝ ਜਿਹੜੀ ਇਹਦੀ એનર્ਜੀ ਹੈਗੀ ਉਹ ਕੁਝ ਇਸ ਤਰੀਕੇ ਨਾਲ ਟਰੈਵਲ ਕਰਨੀ ਸ਼ੁਰੂ ਕਰ ਰਹੀ ਹੈ। and this energy is carried by seismic waves. Seismic waves again body waves ਨੇ ਕਿਉਂਕਿ ਅਰਥ ਦੀ ਬੋਡੀ ਤੋਂ ਟਰੈਵਲ ਕਰ ਰਹੀ ਹੈ। we have p waves as well as s waves। ਹੁਣ ਆਪਾਂ ਇਹ ਗੱਲ ਤੇ ਵੀ ਆਪਾਂ ਐਗਰੀ ਕਰਦੇ ਹਾਂ ਕਿ ਜਦੋਂ ਆਪਾਂ ਲੈਟਸ ਸੇ ਇੰਟੀਰੀਅਰ ਬਣਾ ਰਹੇ ਹਾਂ we have a outer core and we also have a inner core। ਹੁਣ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ s waves ਹੁੰਦੀ ਹੈ they cannot travel through liquid। ਲਿਕੁਇਡ ਜੇ ਨਹੀਂ ਟਰੈਵਲ ਕਰ ਸਕਦੇ ਤਾਂ ਮੂਵਮੈਂਟ ਦੇ ਕਮ ਅਕ੍ਰੋਸ ਦਿਸ ਰੀਜਨ, ਆਊਟਰ ਕੋਰ ਰੀਜਨ ਵਿਚ ਇਜ਼ ਐਕਚੁਅਲੀ ਅ ਮੋਲਟਨ ਰੀਜਨ। ਤਾਂ ਤੁਸੀਂ ਦੱਸੋ ਮੈਨੂੰ ਐਸ ਵੇਵਸ ਕਿਆ ਟਰੈਵਲ ਕਰ ਪਾएंगे ਇੱਥੋਂ? ਦੀ ਆਨਸਰ ਇਜ਼ ਨੋ, ਐਸ ਵੇਵਸ ਟਰੈਵਲ ਇੱਥੇ ਨਹੀਂ ਕਰ ਪਾਣਗੀਆਂ। ਤਾਂ ਇਹ ਜਿਹੜਾ ਰੀਜਨ ਬਣਦਾ ਉਹ ਬਣਦਾ ਕੁਝ ਲੈਟਸ ਸੇ 103 ਡਿਗਰੀ ਦਾ, 103 ਡਿਗਰੀ ਦਾ। ਤਾਂ ਜਿਹੜਾ ਬਾਕੀ ਰੀਜਨ ਇਹ ਹੈਗਾ ਦਿਸ ਫਾਰਮਸ ਦੀ ਸ਼ੈਡੋ ਜ਼ੋਨ। This is the shadow zone for S wave। ਇਹਦੇ ਨਾਲ ਨਾਲ ਆਪਾਂ ਗੱਲ ਕੀਤੀ ਸੀ ਕਿ P waves ਤਾਂ ਤਿੰਨੋਂ ਮੀਡੀਅਮ ਚ ਟਰੈਵਲ ਕਰ ਸਕਦੀਆਂ, be it solid, be it liquid, be it gaseous। ਸੋ P waves ਕੀ ਕਰ ਰਹੀਆਂ? P waves ਨਾ ਇਸ solid ਚੋਂ ਤਾਂ ਪਾਸ ਕਰ ਹੀ ਰਹੀਆਂ। The moment they encounter this liquid phase, they will undergo refraction। They will slightly change their path। ਆ ਦੇਖੋ, they will slightly bend, they will slightly change their path। this is refraction। ਇਹ ਇੱਕ ਵੇਵ ਪ੍ਰੋਪਰਟੀ ਹੈ, ਠੀਕ ਹੈ। ਤਾਂ ਇਹ ਰਿਫਰੈਕਸ਼ਨ ਉਰੇ ਹੋ ਰਿਹਾ। ਤਾਂ ਆਪਾਂ ਕੀ ਦੇਖ ਪਾ ਰਹੇ ਹਾਂ? ਆਪਾਂ ਦੇਖ ਪਾ ਰਹੇ ਹਾਂ ਕਿ ਕੁਝ ਐਸਾ ਰੀਜਨ ਮਿਲ ਰਿਹਾ ਮੈਨੂੰ ਐਂਡ ਦੈਨ ਦੇਰ ਆਰ ਸਰਟਨ ਅਗੇਨ ਵੇਵਸ ਵਿਚ ਆਰ ਟਰੈਵਲਿੰਗ ਸਟ੍ਰੇਟ। ਸੋ ਕੁਝ ਇਸ ਤਰੀਕੇ ਨਾਲ ਹੋ ਰਿਹਾ। ਪੀ ਵੇਵਸ ਦੇ ਕੇਸ ਵਿੱਚ ਮੈਨੂੰ ਆਹ ਰੀਜਨ ਜਿਹੜਾ ਹੈਗਾ ਇਹ 103 ਤੋਂ ਲੈ ਕੇ 142 ਡਿਗਰੀ ਤੱਕ ਦਾ ਜਿਹੜਾ ਰੀਜਨ ਹੈਗਾ ਔਨ ਦੀ ਇਧਰ ਸਾਈਡ, ਉੱਥੇ ਕੋਈ ਵੀ ਪੀ ਵੇਵਸ ਮੈਨੂੰ ਪਹੁੰਚਦੀ ਨਹੀਂ ਨਜ਼ਰ ਆ ਰਹੀਆਂ। ਔਨ ਦੀ ਅਦਰ ਹੈਂਡ ਐਸ ਵੇਵਸ ਤਾਂ ਮੈਨੂੰ 103 ਡਿਗਰੀ ਤੋਂ ਬਾਅਦ ਕੋਈ ਦਿਖ ਹੀ ਨਹੀਂ ਰਹੀ। ਤਾਂ ਜਿਹੜਾ ਇਹ ਰੀਜਨ ਬਣ ਗਿਆ, ਇਹ ਬਣ ਗਿਆ ਸ਼ੈਡੋ ਜ਼ੋਨ। ਸ਼ੈਡੋ ਜ਼ੋਨ ਫॉर ਐਸ ਵੇਵ ਦੈਟ ਇਜ਼ ਬਿਗਰ ਕਿਉਂਕਿ ਉਹ 103 ਤੋਂ ਬਾਅਦ ਆ ਹੀ ਨਹੀਂ ਰਹੀ। ਬਟ ਔਨ ਦੀ ਅਦਰ ਹੈਂਡ ਇੱਕ ਬੈਂਡ ਬਣਦਾ 103 ਤੇ 142 ਡਿਗਰੀ ਦੇ ਵਿਚਾਲੇ ਜੋ ਸ਼ੈਡੋ ਜ਼ੋਨ ਬਣਾ ਰਿਹਾ ਕਿਹਦਾ? ਪੀ ਵੇਵਸ ਦਾ। So let's now again come back to the question. The shadow zone of P waves appear as a band between approximately 103 degree and 142 degree from the earthquake's epicenter, resulting from the refraction of these waves in a liquid outer core। This is absolutely correct। Statement 2, the shadow zone of S waves extend beyond 103 degree from the epicenter and is larger than the P waves because S waves cannot propagate through the liquid outer core। This is also correct। So the right answer in this case is C option। Next, consider the following statements regarding indirect evidences for understanding Earth's interior। केड़े indirect evidence हैं? We have direct evidence and we have indirect evidence। This question is asking कि केड़े indirect evidence ने अपन को। indirect evidence का मतलब की है कि तुसी अनुमान ला लिया based on the understanding, based on the insights that you got from those evidences। तुसी एक अनुमान लगा लिया कि अर्थ ਦਾ इंटीरियर कुछ इस तरीके ਦਾ ਹੋਣ ਵਾਲਾ। ਤੁਸੀਂ ਅਰਥ ਦੇ ਇੰਟੀਰੀਅਰ ਤੱਕ ਨਹੀਂ ਪਹੁੰਚੇ, ਤੁਸੀਂ ਮਟੀਰੀਅਲ ਨੂੰ ਡਾਇਰੈਕਟਲੀ ਸਟੱਡੀ ਨਹੀਂ ਕੀਤਾ। ਰਿਮੈਂਬਰ ਦਿਸ, ਤੁਸੀਂ ਮਟੀਰੀਅਲ ਨੂੰ ਡਾਇਰੈਕਟਲੀ ਸਟੱਡੀ ਨਹੀਂ ਕੀਤਾ, ਤੁਸੀਂ ਕੀ ਕੀਤਾ? ਤੁਸੀਂ ਨਾ ਕੁਝ ਹੋਰ ਤਰੀਕੇ, ਕੁਝ ਹੋਰ ਟੂਲਸ ਨਾਲ, ਕੁਝ ਹੋਰ ਇਨਸਟਰੂਮੈਂਟਸ ਨਾਲ ਉਹਨੂੰ ਇਨਡਾਇਰੈਕਟਲੀ ਐਨਾਲਾਈਜ਼ ਕੀਤਾ। ਸੋ ਅਗੇਨ ਆਪਾਂ ਇਹਨੂੰ ਕਵਰ ਕਰਦੇ ਹਾਂ ਤੇ ਉਹਦੇ ਨਾਲ ਤੁਹਾਨੂੰ ਜ਼ਿਆਦਾ ਕਲੈਰਿਟੀ ਵੀ ਆਊ। ਸਿਸਮਿਕ ਵੇਵਸ ਥਰੂ देयर रिफ्रैक्शन, रिफ्लेक्शन एंड वेलोसिटी चेंजेस help infer the layered structure and composition of Earth's interior without direct sampling। ਬਿਲਕੁਲ ਸਹੀ ਗੱਲ। ਤੁਹਾਨੂੰ ਡਾਇਰੈਕਟ ਰੌਕਸ ਦਾ ਸੈਂਪਲ ਨਹੀਂ ਲੈਣਾ ਪੈ ਰਿਹਾ, ਇਨਡਾਇਰੈਕਟਲੀ ਤੋਂ ਕਹਿੰਦੇ ਤੁਸੀਂ ਐਨਾਲਾਈਜ਼ ਕਰ ਪਾ ਰਹੇ ਹੋ ਬੇਸਡ ਔਨ ਦ ਬਿਹੇਵੀਅਰ ਆਫ ਪੀ ਵੇਵਸ ਐਂਡ ਐਸ ਵੇਵਸ। ਦੈਨ ਮੀਟੀਓਰਾਈਟਸ ਜੋ ਕਿ ਅਗੇਨ ਫੋਰਨ ਆਬਜੈਕਟਸ ਨੇ originating from similar primordial material as Earth provide compositional clues about the inner core and mental wire analysis of their
आयरन निकल कंटेंट इन नॉट ओनली आयरन निकल कंटेंट इनफैक्ट किसी भी कंटेंट जो भी मेटेराइट अर्थ पे हिट करता है वी स्टडी दैट वी कलेक्ट दैट सैंपल एंड वी स्टडी दैट ਕੰਪੋਜੀਸ਼ਨ ਦੇਖਦੇ ਆਪਾਂ ਉਹਦੀ ਕਿ ਕੰਪੋਜੀਸ਼ਨ ਕਿਵੇਂ ਦੀ ਹੈ ਠੀਕ ਹੈ ਤਾਂ ਜੇ ਅਰਥ ਦੇ ਅਗੇਨ ਸਿਮਿਲਰ ਮਟੀਰੀਅਲ ਉਹਦੇ ਵਿੱਚ ਪਾਏ ਜਾ ਰਹੇ ਤਾਂ ਆਪਾਂ ਇਨਡਾਇਰੈਕਟਲੀ ਕੁਛ ਨਾ ਕੁਛ ਇਨਫਰ ਕਰ ਸਕਦੇ ਹਾਂ ਦੈਨ ਵੀ ਹੈਵ volcanic eruptions delivering molten magma from the mantle to the surface offering indirect evidence. Now this word, this is incorrect over here. Volcanic eruption की कर रहे हैं लावा बाहर लेके आ रहे हैं that lava you can directly study that lava again when you analyze that you can study कि इसਦੇ ਵਿੱਚ ਕੀ ਕੰਪੋਜੀਸ਼ਨ ਹੈ ਇਹਦੇ ਵਿੱਚ ਆਇਰਨ ਕਿੰਨਾ ਹੈ ਇਹਦੇ ਵਿੱਚ ਸਿਲਿਕਾ ਕਿੰਨਾ ਹੈ ਇਹਦੇ ਵਿੱਚ ਲੈਟਸ ਸੇ ਕਾਰਬਨ ਕਿੰਨਾ ਹੈ ਸਾਰੀ ਚੀਜ਼ਾਂ ਸਟੱਡੀ ਕਰ ਸਕਦੇ ਹੋ डायरेक्टली स्टडी कर सकते हो तो यह इनडायरेक्ट एविडेंस नहीं हुआ नेक्स्ट डीप ओशन ड्रिलिंग प्रोजेक्ट एक्सट्रैक्ट कोर सैंपल्स फ्रॉम द ओशियनिक क्रस्ट सर्विंग एज अ इनडायरेक्ट एविडेंस नाउ दिस इज आल्सो इनकरेक्ट क्यों डीप ओशियनिक ड्रिलिंग ਦੇ ਨਾਲ ਤੁਸੀਂ ਕੀ ਕਰ ਰਹੇ ਹੋ ਯੂ ਆਰ ਗੋਇੰਗ ਡੀਪ ਡਾਊਨ ਦ ਸਰਫੇਸ ਆਫ ਦ ਅਰਥ 10 किलोमीटर 12 किलोमीटर and then from that you are extracting certain samples you are directly studying them directly analyzing them this is incorrect. So, which are the following? How many of the statements are incorrect? Two only. दो सही हैं, दो incorrect. Last question. Consider the following statements regarding the volume and mass of Earth's major layers. The mantle constitutes approximately 84% of Earth's total volume and nearly 67% of its mass, making it the largest layer by volume. This is absolutely correct. पहला भी अपन ये question कर चुके हैं जी. Then second core inner and outer combined accounts for nearly 16% of Earth's volume. कितने 15% आ जाऊगा दोनों पढ़ा हुआ कितने 16% आ जाऊगा बट ਉਹਦੇ ਵਿੱਚ कंफ्यूज नहीं होना ਆਪਾਂ but contributes nearly 30 to 33 32% of the total mass. Yes, that is correct. Then crust ਦੀ ਆਪਾਂ ਗੱਲ ਕਰੀਏ outermost layer ਹੈ thinnest layer ਹੈ ਜੀ ਵੋਲਿਊਮ ਦੇ ਵਿੱਚ ਵੀ ਜ਼ਿਆਦਾ ਕੰਟਰੀਬਿਊਸ਼ਨ ਨਹੀਂ ਹੈਗੀ ਤੇ ਮਾਸ ਦੇ ਵਿੱਚ ਵੀ ਕੋਈ ਦਾ ਕੰਟਰੀਬਿਊਸ਼ਨ ਨਹੀਂ ਹੈਗਾ less than 1% in case of volume as well as less than 1% in the case of mass. So this is also correct. The answer in this case is all of the three. All three are correct. So I believe this session was helpful for you. Thank you very much. Keep studying hard. Stay positive. We will meet again on Monday. Thank you.